ਹੈਲੋ ਸਟੂਡੈਂਟ ਵੈਲਕਮ ਟੂ ਸਟੱਡੀ ਨੋਟਸ। ਅੱਜ ਅਸੀਂ ਪੋਲਿਟੀ ਦੇ ਵਿੱਚ ਸ਼ਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ ਡਿਸਕਸ ਕਰਾਂਗੇ। ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ। ਜਿਹੜੇ ਵੀ ਸਟੂਡੈਂਟ ਪੀਐਸ ਟੈਟ ਮਾਸਟਰ ਕੈਡਰ ਜਾਂ ਜਿਨ੍ਹਾਂ ਦਾ ਸਬਜੈਕਟ ਪੋਲਿਟੀ ਹੈ, ਕੋਈ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ, ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ। ਆਪਾਂ ਕੁਐਸਚਨ ਤਾਂ ਡਿਸਕਸ ਕਰਾਂਗੇ ਹੀ, ਬਟ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ 12 ਸ਼ਡਿਊਲ ਹਨ, 12 ਅਨੁਸੂਚੀਆਂ ਹਨ, ਇਹਨਾਂ ਦੀ ਇੱਕ ਵਾਰ ਤੁਹਾਨੂੰ ਮੈਂ ਲਿਸਟ ਦਿਖਾਉਣਾ ਚਾਹੁੰਦੀ ਹਾਂ। ਫਿਰ ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ, ਕਿਉਂਕਿ ਇਹਨਾਂ ਨੂੰ ਦੇਖਣ ਤੋਂ ਬਾਅਦ ਆਪਾਂ ਨੂੰ ਕੁਐਸਚਨ ਡਿਸਕਸ ਕਰਨ ਦੇ ਵਿੱਚ ਬਹੁਤ ਹੀ ਆਸਾਨੀ ਹੋਵੇਗੀ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਸਾਡੇ ਸੰਵਿਧਾਨ ਦੇ ਵਿੱਚ 8 ਅਨੁਸੂਚੀਆਂ ਸਨ, ਬਟ ਜੇ ਵਰਤਮਾਨ ਸੰਵਿਧਾਨ ਦੀ ਗੱਲ ਕਰੀਏ ਤਾਂ ਸਾਡੇ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹਨ। ਇੱਕ ਟ੍ਰਿਕ ਬਣੀ ਹੋਈ ਹੈ ਟੀਅਰਸ ਆਫ ਓਲਡ ਪੀਐਮ ਦੇ ਨਾਮ ਤੇ। ਟੀ ਤੇ ਟੀਅਰ ਟੈਰੀਟਰੀ। ਜਿਹੜੀ ਪਹਿਲੀ ਅਨੁਸੂਚੀ ਹੈ, ਫਸਟ ਸ਼ਡਿਊਲ ਹੈ, ਇਸ ਦੇ ਵਿੱਚ ਕੀ ਦੱਸਿਆ ਗਿਆ ਹੈ? ਲਿਸਟ ਆਫ ਆਲ ਇੰਡੀਅਨ ਸਟੇਟ ਐਂਡ ਯੂਨੀਅਨ ਟੈਰੀਟਰੀ। ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਰਾਜ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਹਨਾਂ ਦੇ ਵਿੱਚ ਜੇਕਰ ਅਸੀਂ ਕੋਈ ਵੀ ਚੇਂਜਸ ਕਰਨਾ ਹੈ, ਕਿਸੇ ਵੀ ਰਾਜ ਦਾ ਨਾਮ ਚੇਂਜ ਕਰਨਾ ਹੈ, ਉਸ ਦੀ ਸੀਮਾ ਨੂੰ ਘਟਾਉਣਾ ਹੈ, ਵਧਾਉਣਾ ਹੈ, ਇਹ ਸਾਨੂੰ ਫਸਟ ਸ਼ਡਿਊਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸੈਕੰਡ ਸ਼ਡਿਊਲ ਅਰਨਿੰਗ। ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਉੱਚ ਅਹੁਦੇ ਹੁੰਦੇ ਹਨ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਚੀਫ ਜਸਟਿਸ ਆਫ ਇੰਡੀਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਕੈਗ, ਇਹਨਾਂ ਦੀ ਜਿਹੜੀ ਅਰਨਿੰਗ ਆ ਉਹ ਸਾਨੂੰ ਸੈਕੰਡ ਸ਼ਡਿਊਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹੁਣ ਥਰਡ ਸ਼ਡਿਊਲ ਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ? ਐਫਰਮੇਸ਼ਨ ਦੀ। ਹੁਣ ਜਿੰਨੇ ਵੀ ਉੱਚ ਅਹੁਦੇ ਹੁੰਦੇ ਹਨ, ਇਹਨਾਂ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈ, ਉਹ ਸਾਨੂੰ ਥਰਡ ਸ਼ਡਿਊਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਗੱਲ ਕਰੀਏ ਫੋਰਥ ਸ਼ਡਿਊਲ ਦੀ। ਫੋਰਥ ਸ਼ਡਿਊਲ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦਾ ਬਟਵਾਰਾ ਸਾਨੂੰ ਦੇਖਣ ਨੂੰ ਮਿਲਦਾ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ। ਫਿਫਥ ਸ਼ਡਿਊਲ ਦੇ ਵਿੱਚ ਸ਼ਡਿਊਲ ਐਂਡ ਟ੍ਰਾਈਬਲ ਏਰੀਆ ਮੈਂਸ਼ਨ ਹੈ। ਸਿਕਸਥ ਦੇ ਵਿੱਚ ਓਥ ਦੀ ਗੱਲ ਕੀਤੀ ਗਈ ਹੈ। ਕਿਹਨਾਂ ਦੇ ਓਥ ਦੀ ਗੱਲ ਕੀਤੀ ਹੈ? ਸ਼ਡਿਊਲ ਐਂਡ ਟ੍ਰਾਈਬਲ ਏਰੀਆ ਦੇ। ਇਹਦੇ ਵਿੱਚ 4 ਰਾਜ ਸਾਨੂੰ ਦੱਸੇ ਗਏ ਹਨ। ਉਹ 4 ਰਾਜ ਕਿਹੜੇ ਹਨ? ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਨੈਕਸਟ ਹੈਗਾ ਆ ਸੈਵਨਥ ਸ਼ਡਿਊਲ ਕਿਹੜਾ ਹੈ? ਫੈਡਰਲ ਸਿਸਟਮ, ਜਿਸ ਦੇ ਵਿੱਚ ਸ਼ਕਤੀਆਂ ਦੀ ਵੰਡ ਦੇਖਣ ਨੂੰ ਮਿਲਦੀ ਹੈ। ਕੇਂਦਰ, ਰਾਜ ਅਤੇ ਸੰਵਰਤੀ ਜਿਹੜੀ ਸੂਚੀ ਆ, ਇਹਨਾਂ ਦੇ ਵਿੱਚ ਸਾਨੂੰ ਸ਼ਕਤੀਆਂ ਦੀ ਵੰਡ ਦੇਖਣ ਨੂੰ ਮਿਲਦੀ ਹੈ। ਏਟਥ ਸ਼ਡਿਊਲ ਦੇ ਵਿੱਚ ਲੈਂਗੁਏਜ ਦੇਖਣ ਨੂੰ ਮਿਲਦੀ ਹੈ। ਲੈਂਗੁਏਜ ਦੇ ਵਿੱਚ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਉਦੋਂ ਇਸ ਦੇ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ, ਬਟ ਜੇ ਹੁਣ ਦੀ ਗੱਲ ਕਰੀਏ ਤਾਂ ਸਾਡੇ ਵਰਤਮਾਨ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਨੌਵਾਂ ਸ਼ਡਿਊਲ, ਨੌਵੀਂ ਅਨੁਸੂਚੀ ਦੇ ਵਿੱਚ ਲੈਂਡ ਰਿਫਾਰਮ ਦੀ ਗੱਲ ਕੀਤੀ ਹੋਈ ਹੈ। ਲੈਂਡ ਰਿਫਾਰਮ ਭੂਮੀ ਸੁਧਾਰ ਅਧਿਨਿਯਮ। 10th ਡਿਸਕੁਆਲੀਫਿਕੇਸ਼ਨ, ਦਲ ਬਦਲ ਮੈਂਸ਼ਨ ਹੈ। ਔਰ ਲਾਸਟ ਦੇ ਵਿੱਚ 11th ਔਰ 12th ਆਉਂਦੇ ਹਨ। 11th ਦੇ ਵਿੱਚ ਪੰਚਾਇਤੀ ਰਾਜ ਵਿਵਸਥਾ, ਔਰ ਜਿਹੜਾ 12th ਹੈ ਮਿਊਨਿਸਪੈਲਿਟੀ, ਨਗਰ ਪੰਚਾਇਤ। ਸੋ ਇਹ ਹਨ ਸਾਡੀਆਂ ਜਿਹੜੀਆਂ 12 ਅਨੁਸੂਚੀਆਂ। ਤੁਸੀਂ 3-4 ਵਾਰ ਇਹਨਾਂ ਨੂੰ ਰੀਡ ਕਰੋਗੇ ਤਾਂ ਤੁਹਾਨੂੰ ਵੀ ਆਸਾਨੀ ਦੇ ਨਾਲ ਯਾਦ ਹੋ ਜਾਣਾ। ਅਤੇ ਟ੍ਰਿਕ ਤੁਸੀਂ ਨਾ ਭੁੱਲਿਓ, ਟ੍ਰਿਕ ਦੇ ਰਾਹੀਂ ਤੁਹਾਨੂੰ ਹੋਰ ਵੀ ਆਸਾਨੀ ਦੇ ਨਾਲ ਇਹ ਜਿਹੜੀਆਂ ਅਨੁਸੂਚੀਆਂ ਹੈ ਇਹ ਤੁਹਾਨੂੰ ਯਾਦ ਰਹਿਣਗੀਆਂ। ਟੀਅਰਸ ਆਫ ਓਲਡ ਪੀਐਮ। ਹੁਣ ਅਸੀਂ ਇਸ ਤੋਂ ਬਾਅਦ ਕੁਐਸਚਨ ਆਨਸਰ ਡਿਸਕਸ ਕਰਾਂਗੇ। ਹੁਣ ਸਾਨੂੰ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ। ਹਾਂਜੀ, ਹੁਣ ਫਸਟ ਕੁਐਸਚਨ ਦੇਖਦੇ ਹਾਂ। ਵਰਤਮਾਨ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹਨ? ਵਰਤਮਾਨ ਭਾਰਤੀ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹਨ। ਭਾਰਤੀ ਸੰਵਿਧਾਨ ਦੀ 6ਵੀਂ ਅਨੁਸੂਚੀ ਕਿਹੜੇ ਰਾਜਾਂ 'ਤੇ ਲਾਗੂ ਹੁੰਦੀ ਹੈ? ਆਪਾਂ ਟ੍ਰਿਕ ਪੜ੍ਹੀ ਸੀ ਨਾ, ਟੀਅਰਸ ਆਫ ਓਲਡ ਪੀਐਮ, ਜਿਹਦੇ ਵਿੱਚ 4 ਰਾਜ ਸੀ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਇਹਨਾਂ 4 ਰਾਜਾਂ 'ਤੇ ਇਹ ਜਿਹੜੀ 6ਵੀਂ ਅਨੁਸੂਚੀ ਆ ਇਹ ਲਾਗੂ ਹੁੰਦੀ ਹੈ। ਭਾਰਤੀ ਸੰਵਿਧਾਨ ਦੀ 11ਵੀਂ ਅਨੁਸੂਚੀ ਕਿਸ ਦੇ ਨਾਲ ਸੰਬੰਧਿਤ ਹੈ? ਭਾਰਤੀ ਸੰਵਿਧਾਨ ਦੀ ਜਿਹੜੀ 11ਵੀਂ ਅਨੁਸੂਚੀ ਆ ਉਹ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ। ਭਾਰਤੀ ਸੰਵਿਧਾਨ ਦੀ 11ਵੀਂ ਅਨੁਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਕੀਤੇ ਗਏ ਹਨ? ਭਾਰਤੀ ਸੰਵਿਧਾਨ ਦੀ ਜਿਹੜੀ 11ਵੀਂ ਅਨੁਸੂਚੀ ਆ ਪੰਚਾਇਤੀ ਰਾਜ ਵਿਵਸਥਾ ਦੇ ਨਾਲ ਜਿਹੜੀ ਸੰਬੰਧਿਤ ਆ, ਇਸ ਦੇ ਵਿੱਚ ਜਿਹੜੀ ਪੰਚਾਇਤੀ ਰਾਜ ਹੁੰਦੀ ਹੈ ਇਹ 29 ਵਿਸ਼ਿਆਂ ਤੇ 29 ਸਬਜੈਕਟਸ 'ਤੇ ਇਹ ਕਾਨੂੰਨ ਬਣਾ ਸਕਦੀ ਹੈ, ਕੰਮ ਕਰ ਸਕਦੀ ਹੈ। ਨੈਕਸਟ, ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿਹੜੀ ਅਨੁਸੂਚੀ ਵਿੱਚ ਕੀਤੀ ਗਈ ਹੈ? ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਜਿਹੜੀ ਕਿ ਸਾਨੂੰ 7ਵੀਂ ਅਨੁਸੂਚੀ ਵਿੱਚ ਦੇਖਣ ਨੂੰ ਮਿਲਦੀ ਹੈ। ਫੈਡਰਲ ਸਿਸਟਮ ਆਪਾਂ ਪੜ੍ਹਿਆ ਸੀ ਨਾ, ਇਹਦੇ ਵਿੱਚ ਜਿਹੜੇ ਆ ਸਟੇਟ ਲਿਸਟ, ਸੈਂਟਰਲ ਲਿਸਟ ਔਰ ਕੰਕਰੇਟ ਲਿਸਟ ਹੁੰਦੀ ਹੈ। ਜਿਹੜੀ ਸਟੇਟ ਲਿਸਟ ਹੈ ਇਹ ਕਿੰਨੇ ਸਬਜੈਕਟ 'ਤੇ ਕਾਨੂੰਨ ਬਣਾ ਸਕਦੀ ਹੈ? 100 ਸਬਜੈਕਟ 'ਤੇ। ਸਟੇਟ ਲਿਸਟ 61 ਸਬਜੈਕਟ 'ਤੇ ਔਰ ਕੰਕਰੈਂਟ ਲਿਸਟ ਜਿਹੜੀ ਆ ਉਹ 52 ਸਬਜੈਕਟਸ 'ਤੇ ਕਾਨੂੰਨ ਬਣਾ ਸਕਦੀ ਹੈ। ਨੈਕਸਟ ਕੁਐਸਚਨ, ਪੰਚਾਇਤੀ ਰਾਜ ਕਿਹੜੀ ਸੂਚੀ ਦਾ ਵਿਸ਼ਾ ਹੈ? ਹੁਣ 3 ਜਿਹੜੀਆਂ ਲਿਸਟ ਮੈਂ ਤੁਹਾਨੂੰ ਦੱਸੀਆਂ ਹਨ, ਇਹਦੇ ਵਿੱਚ ਕਹਿੰਦੇ ਜਿਹੜੀ ਪੰਚਾਇਤੀ ਰਾਜ ਆ ਉਹ ਕਿਹੜੀ ਲਿਸਟ ਦੇ ਵਿੱਚ ਐਡ ਹੈ, ਕਿਹੜੀ ਲਿਸਟ ਦੇ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ? ਇਹ ਹੈ ਰਾਜ ਸੂਚੀ। ਭਾਰਤੀ ਸੰਵਿਧਾਨ ਦੀ 10ਵੀਂ ਅਨੁਸੂਚੀ ਦਾ ਸੰਬੰਧ ਕਿਸ ਦੇ ਨਾਲ ਹੈ? ਭਾਰਤੀ ਸੰਵਿਧਾਨ ਦੀ 10ਵੀਂ ਅਨੁਸੂਚੀ ਦਾ ਸੰਬੰਧ ਹੈ ਡਿਸਕੁਆਲੀਫਿਕੇਸ਼ਨ, ਦਲ ਬਦਲ ਦੇ ਨਾਲ। ਇਸ ਨੂੰ ਸ਼ਾਮਿਲ ਕੀਤਾ ਗਿਆ ਸੀ 52nd ਕਨਸਟੀਟਿਊਸ਼ਨਲ ਅਮੈਂਡਮੈਂਟ 1985 ਦੇ ਤਹਿਤ। ਨੈਕਸਟ ਕੁਐਸਚਨ ਦੇਖਦੇ ਹਾਂ।
ਸਿੱਖਿਆ ਜੋ ਪਹਿਲਾਂ ਰਾਜ ਸੂਚੀ ਦਾ ਵਿਸ਼ਾ ਸੀ, ਇਸ ਨੂੰ ਸੰਵਰਤੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਆਪਾਂ ਸ਼ਕਤੀਆਂ ਦੀ ਵੰਡ ਦੇਖੀ ਸੀ ਨਾ, ਕਹਿੰਦੇ ਜਿਹੜਾ ਸਿੱਖਿਆ ਸੀ, ਐਜੂਕੇਸ਼ਨ ਸੀ, ਇਹ ਪਹਿਲਾਂ ਰਾਜ ਸੂਚੀ ਦਾ ਵਿਸ਼ਾ ਸੀਗਾ, ਬਟ ਬਾਅਦ ਵਿੱਚ ਇਸ ਨੂੰ ਕਨਕਰੈਂਟ ਲਿਸਟ ਦੇ ਵਿੱਚ ਐਡ ਕਰ ਦਿੱਤਾ ਗਿਆ। ਇਸ ਦੇ ਰਾਹੀਂ ਕਿਹੜੀ ਅਮੈਂਡਮੈਂਟ ਹੋਈ ਸੀ? ਇਹ ਅਮੈਂਡਮੈਂਟ ਹੋਈ ਸੀ 42nd ਕਨਸਟੀਟਿਊਸ਼ਨਲ ਅਮੈਂਡਮੈਂਟ 1976 ਦੇ ਤਹਿਤ। ਭੂਮੀ ਸੁਧਾਰ ਅਧਿਨਿਯਮ ਲੈਂਡ ਰਿਫਾਰਮ ਨੂੰ ਕਿਹੜੀ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ? ਹੁਣ ਆਪਾਂ ਲੈਂਡ ਰਿਫਾਰਮ ਪੜ੍ਹਿਆ ਸੀ, ਇਹ ਕਿਹੜੀ ਅਨੁਸੂਚੀ ਦੇ ਵਿੱਚ ਸੀ? 9th ਸ਼ਡਿਊਲ ਦੇ ਵਿੱਚ ਸੀ, 9ਵੀਂ ਅਨੁਸੂਚੀ ਦੇ ਵਿੱਚ। 9ਵੀਂ ਅਨੁਸੂਚੀ ਕਦੋਂ ਐਡ ਕੀਤੀ ਗਈ ਸੀ? ਸਾਡੀ ਫਸਟ ਅਮੈਂਡਮੈਂਟ ਕਰਕੇ, ਫਸਟ ਅਮੈਂਡਮੈਂਟ 1951 ਦੇ ਤਹਿਤ ਜਿਹੜੀ 9ਵੀਂ ਅਨੁਸੂਚੀ ਹੈ, ਇਸ ਨੂੰ ਸ਼ਾਮਿਲ ਕੀਤਾ ਗਿਆ ਸੀ। ਨੈਕਸਟ, ਕਿਸ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਭਾਰਤ ਦੇ ਸੰਵਿਧਾਨ ਦੀ ਜਿਹੜੀ 9ਵੀਂ ਅਨੁਸੂਚੀ ਸੀ, ਇਸ ਨੂੰ ਪੁਨਰ ਸਥਾਪਿਤ ਕੀਤਾ ਗਿਆ ਸੀ? 9ਵੀਂ ਅਨੁਸੂਚੀ ਕਿਹੜੀ ਸੀ? ਜਿਹੜੀ ਕਿ ਭੂਮੀ ਸੁਧਾਰ ਅਧਿਨਿਯਮ ਦੇ ਨਾਲ ਸੰਬੰਧਿਤ ਸੀ। ਹੁਣ ਇਸ ਨੂੰ ਕਿਹੜੀ ਅਮੈਂਡਮੈਂਟ ਕਰਕੇ ਐਡ ਕੀਤਾ ਗਿਆ ਸੀ? ਇਸ ਨੂੰ ਫਸਟ ਕਨਸਟੀਟਿਊਸ਼ਨਲ ਅਮੈਂਡਮੈਂਟ 1951 ਦੇ ਤਹਿਤ ਐਡ ਕੀਤਾ ਗਿਆ ਸੀ। ਹੁਣ 1951 ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਕੌਣ ਸੀ? ਉਸ ਟਾਈਮ 1951 ਦੇ ਵਿੱਚ ਸਨ ਜਵਾਹਰ ਲਾਲ ਨਹਿਰੂ। ਨੈਕਸਟ ਕੁਐਸਚਨ, ਅਜਿਹੀ ਕਿਹੜੀ ਅਨੁਸੂਚੀ ਹੈ ਭਾਰਤੀ ਸੰਵਿਧਾਨ ਦੀ ਜਿਸ ਵਿੱਚ ਰਾਜਾਂ ਦੇ ਨਾਮ ਅਤੇ ਯੂਨੀਅਨ ਟੈਰੀਟਰੀ ਦੇ ਨਾਮ ਬਦਲ ਦਿੰਦੇ ਹਨ? ਹੁਣ ਆਪਾਂ ਪੜ੍ਹਿਆ ਸੀ, ਜਿਹੜਾ ਸਾਡਾ ਫਸਟ ਸ਼ਡਿਊਲ ਹੈ, ਪਹਿਲੀ ਅਨੁਸੂਚੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਰਾਜ ਹੁੰਦੇ ਹਨ, ਯੂਨੀਅਨ ਟੈਰੀਟਰੀ ਹੁੰਦੇ ਹਨ, ਉਹਨਾਂ ਦੇ ਵਿੱਚ ਕੋਈ ਵੀ ਚੇਂਜਸ ਕਰਨਾ ਹੋਵੇ, ਉਹਨਾਂ ਦੇ ਨਾਮ ਦੇ ਵਿੱਚ ਚੇਂਜ ਕਰਨਾ ਹੋਵੇ, ਤਾਂ ਇਹ ਸਾਨੂੰ ਪਹਿਲੀ ਅਨੁਸੂਚੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਨੈਕਸਟ ਦੇਖਦੇ ਹਾਂ, ਮੂਲ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਸਨ? ਮੂਲ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਸਨ? 8 ਅਨੁਸੂਚੀਆਂ ਸਨ। ਵਰਤਮਾਨ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹਨ? 12। ਸੰਵਿਧਾਨ ਦੀ ਦੂਸਰੀ ਅਨੁਸੂਚੀ ਵਿੱਚ ਕੀ ਦਰਜ ਹੈ? ਸੰਵਿਧਾਨ ਦੀ ਦੂਸਰੀ ਅਨੁਸੂਚੀ ਦੇ ਵਿੱਚ ਦਰਜ ਹੈ ਤਨਖਾਹ ਅਤੇ ਭੱਤੇ। ਆਪਾਂ ਟ੍ਰਿਕ ਪੜ੍ਹੀ ਸੀ ਨਾ, TEARS। ਸੈਕਿੰਡ ਅਨੁਸੂਚੀ TE ਤੇ ਕੀ ਸੀਗਾ? E ਤੇ ਸੀ ਅਰਨਿੰਗ। ਜਿੰਨੇ ਵੀ ਸਾਡੇ ਸੰਵਿਧਾਨ ਦੇ ਵਿੱਚ ਉੱਚ ਅਹੁਦੇ ਹੁੰਦੇ ਹਨ, ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ, ਇਹਨਾਂ ਸਾਰਿਆਂ ਦੀ ਜਿਹੜੀ ਤਨਖਾਹ ਤੇ ਭੱਤੇ, ਇਹ ਸਾਨੂੰ ਸੈਕਿੰਡ ਸ਼ਡਿਊਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸੰਵਿਧਾਨ ਦੀ ਤੀਸਰੀ ਅਨੁਸੂਚੀ ਵਿੱਚ ਕੀ ਸ਼ਾਮਲ ਹੈ? ਸੰਵਿਧਾਨ ਦੀ ਤੀਸਰੀ ਅਨੁਸੂਚੀ ਜਿਹੜੀ ਆ ਉਹ ਸੌਂਹ ਦੇ ਨਾਲ ਸੰਬੰਧਿਤ ਹੈ। ਆਪਾਂ ਪੜ੍ਹਿਆ ਨਾ ਟ੍ਰਿਕ TEA। ਇਹ ਤੇ ਕੀ ਸੀ? ਐਫਰਮੇਸ਼ਨ। ਜਿੰਨੇ ਵੀ ਉੱਚ ਅਹੁਦੇ ਹੁੰਦੇ ਹਨ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ, ਚੀਫ ਇਲੈਕਸ਼ਨ ਕਮਿਸ਼ਨ, ਇਹ ਸਾਰੇ ਜਿਹੜੇ ਇਹਨਾਂ ਦੇ ਸਹੁੰ ਦੀ ਜਿਹੜੀ ਗੱਲ ਹੁੰਦੀ ਹੈ, ਇਹ ਹੁੰਦੀ ਹੈ ਸਾਡੇ 3rd ਦੇ ਵਿੱਚ। ਨੈਕਸਟ ਕੁਐਸਚਨ, ਸੰਵਿਧਾਨ ਦੀ ਚੌਥੀ ਅਨੁਸੂਚੀ ਦੇ ਵਿੱਚ ਕੀ ਸ਼ਾਮਿਲ ਹੈ? ਸੰਵਿਧਾਨ ਦੀ ਚੌਥੀ ਅਨੁਸੂਚੀ ਦੇ ਵਿੱਚ ਸ਼ਾਮਿਲ ਹੈ ਰਾਜ ਸਭਾ ਦੇ ਮੈਂਬਰਾਂ ਦਾ ਜਿਹੜਾ ਬਟਵਾਰਾ। ਸੰਵਿਧਾਨ ਦੀ ਪੰਜਵੀਂ ਅਨੁਸੂਚੀ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੈ? ਸੰਵਿਧਾਨ ਦੀ ਜਿਹੜੀ ਪੰਜਵੀਂ ਅਨੁਸੂਚੀ ਹੈ, ਇਸ ਦੇ ਵਿੱਚ ਅਨੁਸੂਚਿਤ ਖੇਤਰ, ਸ਼ਡਿਊਲ ਐਂਡ ਟ੍ਰਾਈਬਲ ਏਰੀਆ ਦੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲਦੇ ਹਨ। ਨੈਕਸਟ ਕੁਐਸਚਨ, ਭਾਸ਼ਾ ਕਿਹੜੀ ਅਨੁਸੂਚੀ ਵਿੱਚ ਸ਼ਾਮਿਲ ਕੀਤੀ ਗਈ ਹੈ? ਜਿਹੜੀ ਭਾਸ਼ਾ ਹੈ ਉਹ ਕਿਹੜੀ ਅਨੁਸੂਚੀ ਵਿੱਚ ਦੇਖਣ ਨੂੰ ਮਿਲਦੀ ਹੈ? ਭਾਸ਼ਾ ਜਿਹੜੀ ਹੈ ਇਹ ਸਾਨੂੰ 8ਵੀਂ ਅਨੁਸੂਚੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਮੂਲ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਸ਼ਾਮਿਲ ਹਨ? ਮੂਲ ਸੰਵਿਧਾਨ ਦੇ ਵਿੱਚ ਜਿਹੜੀਆਂ ਸੀ ਇਹ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀ? ਮੂਲ ਸੰਵਿਧਾਨ ਦੇ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀ, ਬਟ ਜੇ ਹੁਣ ਦੀ ਗੱਲ ਕਰੀਏ ਤਾਂ ਹੁਣ ਕਿੰਨੀਆਂ ਭਾਸ਼ਾਵਾਂ ਹਨ? 22। ਵਰਤਮਾਨ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਸ਼ਾਮਲ ਹਨ? ਜਿਹੜਾ ਕਿ ਆਪਾਂ ਹੁਣੇ ਪੜ੍ਹ ਚੁੱਕੇ ਹਾਂ, ਵਰਤਮਾਨ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਜਦੋਂ ਜਿਹੜੀ 8ਵੀਂ ਅਨੁਸੂਚੀ ਐਡ ਕੀਤੀ ਗਈ ਸੀ, ਇਸ ਦੇ ਵਿੱਚ 4 ਭਾਸ਼ਾਵਾਂ ਸ਼ਾਮਿਲ ਕੀਤੀਆਂ ਗਈਆਂ ਸੀ। ਇਹ 4 ਭਾਸ਼ਾਵਾਂ ਸਨ ਮੈਥਾਲੀ, ਸੰਥਾਲੀ, ਡੋਗਰੀ ਅਤੇ ਬੋਡੋ। ਇਹਨਾਂ ਨੂੰ 2004 ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਸੰਵਿਧਾਨ ਦੀ 9ਵੀਂ ਅਨੁਸੂਚੀ ਵਿੱਚ ਭੂਮੀ ਸੁਧਾਰ ਜਿਹੜਾ ਅਧਿਨਿਯਮ ਸੀਗਾ, ਇਸ ਦੇ ਵਿੱਚ ਕਿੰਨੇ ਐਕਟ ਪਾਸ ਕੀਤੇ ਗਏ ਸੀਗੇ? ਇਸ ਦੇ ਵਿੱਚ ਐਕਟ ਪਾਸ ਕੀਤੇ ਗਏ ਸੀ 284 ਐਕਟ। ਸੰਵਿਧਾਨ ਦੀ 11ਵੀਂ ਅਨੁਸੂਚੀ ਨੂੰ ਜੋੜਨ ਦੇ ਲਈ ਕਿਹੜੀ ਸੋਧ ਹੋਈ ਸੀ? ਸੰਵਿਧਾਨ ਦੇ ਵਿੱਚ 11ਵੀਂ ਅਨੁਸੂਚੀ ਜਿਹੜੀ ਪੰਚਾਇਤੀ ਰਾਜ ਵਿਵਸਥਾ ਦੇ ਨਾਲ ਸੰਬੰਧਿਤ ਹੈ, ਇਸ ਦੇ ਰਾਹੀਂ ਅਮੈਂਡਮੈਂਟ ਹੋਈ ਸੀ। 73rd ਕਨਸਟੀਟਿਊਸ਼ਨਲ ਅਮੈਂਡਮੈਂਟ 1992 ਦੇ ਰਾਹੀਂ ਇਸ ਨੂੰ ਜੋੜਿਆ ਗਿਆ ਸੀ। ਸੰਵਿਧਾਨ ਵਿੱਚ 12ਵੀਂ ਅਨੁਸੂਚੀ ਕਦੋਂ ਜੋੜੀ ਗਈ ਸੀ? ਸੰਵਿਧਾਨ ਵਿੱਚ ਜਿਹੜੀ 12ਵੀਂ ਅਨੁਸੂਚੀ ਆ ਮਿਊਨਿਸਪੈਲਿਟੀ ਦੇ ਨਾਲ ਸੰਬੰਧਿਤ ਹੈ, ਇਸ ਨੂੰ 1993 ਦੇ ਵਿੱਚ ਜੋੜਿਆ ਗਿਆ ਸੀ। ਇਸ ਦੇ ਨਾਲ ਅਮੈਂਡਮੈਂਟ ਹੋਈ ਸੀ 74th ਕਨਸਟੀਟਿਊਸ਼ਨਲ ਅਮੈਂਡਮੈਂਟ 1993। 12ਵੀਂ ਅਨੁਸੂਚੀ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ? 12ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਮਿਊਨਿਸਪੈਲਿਟੀ। ਇਹ ਬਾਰ-ਬਾਰ ਕੁਐਸਚਨ ਤੁਹਾਨੂੰ ਤਾਂ ਰੱਖੇ ਹੋਏ ਹਨ ਕਿ ਤੁਹਾਡੀ ਚੰਗੀ ਤਰ੍ਹਾਂ ਰਿਵੀਜ਼ਨ ਹੋ ਜਾਵੇ ਕਿ ਤੁਸੀਂ ਭੁੱਲੋ ਨਾ, ਤਾਂ ਕਰਕੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ। 12ਵੀਂ ਅਨੁਸੂਚੀ ਦੇ ਵਿੱਚ ਨਗਰਪਾਲਿਕਾ ਦੇ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਕੀਤੇ ਗਏ ਸਨ? 12ਵੀਂ ਅਨੁਸੂਚੀ ਜੋ ਕਿ ਸਾਡੀ ਮਿਊਨਿਸਪੈਲਿਟੀ ਦੇ ਨਾਲ ਸੰਬੰਧਿਤ ਸੀ, ਇਸ ਦੇ ਵਿੱਚ ਜਿਹੜੀ ਮਿਊਨਿਸਪੈਲਿਟੀ ਆ ਇਹ 18 ਸਬਜੈਕਟਸ ਦੇ ਕਾਨੂੰਨ ਬਣਾ ਸਕਦੀ ਹੈ, ਕੰਮ ਕਰ ਸਕਦੀ ਹੈ। ਨੈਕਸਟ, ਅੱਗੇ ਕੁਐਸਚਨ ਦੇਖਦੇ ਹਾਂ, ਸੰਵਿਧਾਨ ਦੀ ਕਿਹੜੀ ਅਨੁਸੂਚੀ ਭਾਰਤ ਦੇ ਵੱਖਰੇ ਅਹੁਦਾ ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ ਦੇ ਨਾਲ ਸੰਬੰਧਿਤ ਹੈ? ਤਨਖਾਹ ਦੇ ਨਾਲ ਸੰਬੰਧਿਤ ਸੀ ਕਿਹੜੀ ਅਨੁਸੂਚੀ? ਸੈਕਿੰਡ ਅਨੁਸੂਚੀ, ਸੈਕਿੰਡ ਸ਼ਡਿਊਲ।
ਸੰਵਿਧਾਨ ਦੀ 6ਵੀਂ ਅਨੁਸੂਚੀ ਕਿਸ ਰਾਜ ਵਿੱਚ ਲਾਗੂ ਨਹੀਂ ਹੁੰਦੀ? ਹੁਣ ਆਪਾਂ ਪੜ੍ਹਿਆ ਸੀ 4 ਰਾਜ ਸੀਗੇ, ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ਦੇ ਵਿੱਚ ਲਾਗੂ ਹੁੰਦੀ ਹੈ, ਬਟ ਮਨੀਪੁਰ ਦੇ ਵਿੱਚ ਲਾਗੂ ਨਹੀਂ ਹੁੰਦੀ। ਸਮਵਰਤੀ ਸੂਚੀ ਦੀ ਵਿਵਸਥਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਸਮਵਰਤੀ ਸੂਚੀ ਜਿਹੜੀ ਕਿ ਫੈਡਰਲ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗੀ, ਸਟੇਟ ਲਿਸਟ, ਸੈਂਟਰਲ ਲਿਸਟ ਔਰ ਕਨਕਰੇਟ ਲਿਸਟ। ਕਨਕਰੇਟ ਲਿਸਟ ਜਿਹੜੀ ਆ ਕਿਹੜੇ ਦੇਸ਼ ਤੋਂ ਲਈ ਗਈ ਹੈ? ਇਹ ਲਈ ਗਈ ਹੈ ਆਸਟ੍ਰੇਲੀਆ ਤੋਂ। ਜੇਕਰ ਸੰਵਿਧਾਨ ਦੇ ਵਿੱਚ 13ਵੀਂ ਅਨੁਸੂਚੀ ਨੂੰ ਜੋੜਨਾ ਹੋਵੇ ਤਾਂ ਇਹ ਕੰਮ ਕਿਸ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ? ਹੁਣ ਸਾਡੇ ਸੰਵਿਧਾਨ ਦੇ ਵਿੱਚ, ਵਰਤਮਾਨ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹਨ? 12। ਬਟ ਇਨ ਫਿਊਚਰ ਜੇ ਅਸੀਂ 13ਵੀਂ ਅਨੁਸੂਚੀ ਨੂੰ ਐਡ ਕਰਨਾ ਹੈ ਤਾਂ ਇਹ ਕੰਮ ਕਿਸ ਦੇ ਅਧੀਨ ਆਵੇਗਾ? ਇਹ ਕੰਮ ਕਰੇਗਾ ਸੰਸਦ, ਪਾਰਲੀਮੈਂਟ। ਜਦੋਂ ਆਂਧਰਾ ਪ੍ਰਦੇਸ਼ ਤੋਂ ਅਲੱਗ ਕਰਕੇ ਇੱਕ ਨਵਾਂ ਰਾਜ ਤੇਲੰਗਾਨਾ ਦਾ ਗਠਨ ਕੀਤਾ ਗਿਆ ਸੀ, ਇਸ ਦੇ ਨਾਲ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਪਰਿਵਰਤਨ ਕੀਤਾ ਗਿਆ ਸੀ? ਹੁਣ ਆਪਾਂ ਪੜ੍ਹਿਆ ਸੀ ਕਿ ਕਿਸੇ ਵੀ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਜੇਕਰ ਅਸੀਂ ਚੇਂਜ ਕਰਨਾ ਹੈ ਤਾਂ ਉਹ ਕਿਹੜੇ ਸ਼ਡਿਊਲ ਦੇ ਵਿੱਚ ਹੋਵੇਗਾ? ਉਹ ਹੋਵੇਗਾ ਫਸਟ ਸ਼ਡਿਊਲ ਦੇ ਵਿੱਚ, ਪਹਿਲੀ ਅਨੁਸੂਚੀ ਦੇ ਵਿੱਚ। ਐਂਡ ਲਾਸਟ ਕੁਐਸਚਨ, ਨਵੀਆਂ ਅਨੁਸੂਚੀਆਂ ਕਿਹੜੀਆਂ ਹਨ? ਹੁਣ ਆਪਾਂ ਪੜ੍ਹਿਆ ਸੀ ਸਾਡੇ ਮੂਲ ਸੰਵਿਧਾਨ ਦੇ ਵਿੱਚ 8 ਅਨੁਸੂਚੀਆਂ ਸਨ, ਫਿਰ 9ਵੀਂ, 10ਵੀਂ, 11ਵੀਂ ਤੇ 12ਵੀਂ ਇਹ ਸਾਡੀਆਂ ਨਵੀਆਂ ਅਨੁਸੂਚੀਆਂ ਦੇ ਵਿੱਚ ਸ਼ਾਮਿਲ ਹਨ। ਸੋ ਇਹ ਸੀ ਸਾਡੇ 30 ਕੁਐਸਚਨ। ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਵੇਗੀ। ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਦੇ ਨਾਲ ਬਣੇ ਰਹੋ। ਥੈਂਕ ਯੂ ਫॉर ਵਾਚਿੰਗ ਦ ਵੀਡੀਓ।